ਜਿਹਦਾ ਗੁਰਮੁਖ ਬਣ ਕੇ ਪਰਮਾਤਮਾ ਦਾ ਨਾਮ ਜਪਦਾ, ਸਾਰੀ ਦੁਨੀਆ ਦਾ ਬਾਦਸ਼ਾਹ ਉਹਦੇ ਚਰਨਾਂ ਦੀ ਧੂੜ ਵਰਗਾ ਨਹੀਂ ਹੋ ਸਕਦਾ। ਗੁਰੂ ਨਾਨਕ ਦੇ ਘਰ ਦੇ ਵਿੱਚ ਸੱਚੀ ਪਾਤਸ਼ਾਹੀ ਸਤਿਗੁਰਾਂ ਨੇ ਬਖਸ਼ੀਏ ਰੱਬ ਦੇ ਪਿਆਰਿਆਂ ਨੂੰ। ਮਹਾਰਾਜ ਦੇ ਚਰਨਾਂ 'ਚ ਆ ਗਿਆ 7 ਬੇਗਮਾਂ ਲੈ ਕੇ। ਬਾਬਾ ਬੁੱਢਾ ਸਾਹਿਬ ਸਰੋਵਰ ਦੇ ਵਿੱਚੋਂ ਟੋਕਰਾ ਭਰ ਕੇ ਲੈ ਕੇ ਆ ਰਹੇ ਨੇ। ਨਾਲੇ ਉੱਚੀ ਉੱਚੀ ਹੋਕਾ ਦੇ ਕੇ ਕਹਿੰਦੇ ਨੇ, ਜਿਹੜਾ ਇੱਕ ਟੋਕਰਾ ਸਿੱਟੇਗਾ ਨਾ, ਗੁਰੂ ਨਾਨਕ ਦੇ ਘਰੋਂ ਨੂੰ ਇੱਕ ਮੁਰਾਦ ਮਿਲੇਗੀ। ਇਹ ਉਹ ਘਰ ਹੈ ਸਾਧ ਸੰਗਤ ਜੀ। ਇੱਕ ਬਰਤਨ ਮਾਂਜਣ ਵਾਲੇ ਨੂੰ ਇੱਕ ਦਾਤ ਮਿਲ ਜਾਂਦੀ ਇੱਥੋਂ। ਆਪਾਂ ਇਸ ਘਰ ਨੂੰ ਛੱਡ ਕੇ ਫਿਰ ਹੋਰ ਪਾਸੇ ਭੱਜ ਲੈਂਦੇ ਹਾਂ। ਆਹ ਦੇਖ ਲਓ, ਸਿੱਖ ਹੋ ਕੇ ਮੁਸਲਮਾਨਾਂ ਅੱਗੇ ਵੀ ਮੱਥਾ ਟੇਕਣ ਤੋਂ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ। ਉਹਨਾਂ ਦੇ ਅੱਗੇ ਜਾ ਕੇ ਬਹਿੰਦੇ ਨੇ, ਕਿਰਪਾ ਕਰਿਓ ਜੀ ਸਾਡੇ 'ਤੇ। ਆਹ ਹੀ ਰਹਿੰਦੀ ਸੀ ਬਾਕੀ ਹੁਣ ਤੇਰੀ ਮੁਸਲਮਾਨਾਂ ਅੱਗੇ ਬਹਿਣ ਵਾਲੀ। ਜੇ ਗੁਰੂ ਦੀ ਕਿਰਪਾ ਨਾਲ ਤੇਰਾ ਕੁਛ ਨਹੀਂ ਨਾ ਬਣਿਆ, ਫਿਰ ਮੁਸਲਮਾਨ ਨਹੀਂ ਤੈਨੂੰ ਬਾਦਸ਼ਾਹੀਆਂ ਦੇਣ ਲੱਗੇ ਹੁਣ। ਇਹ ਉਹ ਘਰ ਹੈ ਜਿੱਥੇ ਝਾੜੂ ਮਾਰਨ ਵਾਲੇ ਨੂੰ ਪਾਤਸ਼ਾਹੀਆਂ ਦਿੰਦਾ ਗੁਰੂ। ਗੁਰੂ ਨਾਨਕ ਦੇ ਘਰ ਦੇ ਵਿੱਚ ਟੋਕਰੀ ਢੋਣ ਵਾਲਿਆਂ ਨੂੰ ਰਾਜ ਭਾਗ ਮਿਲਦੇ। ਬਾਬਾ ਬੁੱਢਾ ਸਾਹਿਬ ਟੋਕਰਾ ਚੱਕੀ ਆਉਂਦੇ ਨੇ ਮਿੱਟੀ ਦਾ, ਉੱਚੀ ਉੱਚੀ ਹੋਕਾ ਦੇ ਕੇ ਕਹਿੰਦੇ ਨੇ, ਇੱਕ ਟੋਕਰਾ ਜਿਹੜਾ ਸਿੱਟੇਗਾ ਨਾ ਸਰੋਵਰ 'ਚੋਂ, ਉਹਨੂੰ ਇੱਕ ਮੁਰਾਦ ਮਿਲੇਗੀ। ਸਾਈਂ ਮੀਆਂ ਮੀਰ ਜੀ ਕਹਿੰਦੇ ਤੇਰੇ ਕਰਮਾਂ 'ਚ ਹੈ ਹੀ ਨਹੀਂ, ਰੱਬ ਨੇ ਲਿਖਿਆ। ਮਿਟ ਜਾਣਗੀਆਂ ਹੁਣ ਗੁਰੂ ਨਾਨਕ ਦੇ ਘਰ 'ਚ ਆ ਕੇ। ਗੁਰੂ ਮੇਟ ਸਕਦਾ ਸਮਰੱਥ। ਹਾਂ, ਜਾਂ ਜਿਹਦੀ ਪਹੁੰਚ ਉਹ ਵੀ ਮੇਟ ਦਿੰਦਾ। ਜਿਹੜਾ ਲੋੜਵੰਦ ਹੁੰਦਾ ਨਾ, ਸਾਧ ਸੰਗਤ ਜੀ ਨੂੰ ਪਿਆਸ ਲੱਗੀ ਹੁੰਦੀ ਹੈ, ਉਹਨੂੰ ਮਾੜਾ ਜਿਹਾ ਇਸ਼ਾਰਾ ਕਰ ਦਿਓ, ਨਲਕਾ ਆਪੇ ਲੱਭ ਲੈਂਦਾ। ਜਿਹਨੂੰ ਨਹੀਂ ਪਿਆਸ ਲੱਗੀ, ਉਹ ਨਲਕੇ ਦੇ ਕੋਲ ਖੜਾ ਨਲਕੇ ਦੀ ਸਾਰ ਨਹੀਂ ਜਾਣਦਾ ਹੁੰਦਾ। ਉਹ ਲੋੜਵੰਦ ਸੀ ਨਵਾਬ। ਉਹਨੇ ਸੁਣਿਆ ਜਦ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਨਾ, ਇੱਕ ਟੋਕਰਾ ਸਿੱਟੇਗਾ ਨੂੰ ਇੱਕ ਮੁਰਾਦ ਮਿਲੇਗੀ। ਉਹਨੇ ਕੀਮਤੀ ਪੋਸ਼ਾਕ ਪਾਈ ਸੀ, ਹੀਰਿਆਂ ਦੀਆਂ ਮਾਲਾਂ ਗਲ 'ਚ ਪਾਈਆਂ ਹੋਈਆਂ ਸੀ। ਕਮਰ ਕੱਸਾ ਕਰ ਲਿਆ ਸੂਬੇ ਨੇ। ਟੋਕਰਾ ਚੱਕ ਲਿਆ ਜਾ ਕੇ ਸਰੋਵਰ ਦੇ ਵਿੱਚੋਂ। ਜਦ ਟੋਕਰਾ ਮਿੱਟੀ ਦਾ ਲੈ ਕੇ ਤੁਰੀਏ ਨਾ, ਬਰੀਕ ਬਰੀਕ ਮਿੱਟੀ ਵਿੱਚੋਂ ਘਿਰਦੀ ਹੁੰਦੀ ਹੈ ਟੋਕਰੇ 'ਚੋਂ, ਦਾੜੇ 'ਤੇ ਵਸਤਰਾਂ 'ਤੇ ਪੈਂਦੀ ਹੈ ਉਹਦੇ। ਇਹ ਧੂੜੀ ਮੇਟਦੀ ਹੈ ਜਿਹੜੇ ਕਰਮ ਨੇ। ਇੱਕ ਕਰਮ ਹੁੰਦੇ ਜਿਹੜੇ ਪੁੰਨ ਕਰਮ ਕਰਨ ਸੇ ਮਿਟ ਜਾਂਦੇ ਨੇ ਪਾਪ। ਇੱਕ ਅੱਗ ਪਾਪ ਹੁੰਦੇ ਨੇ ਜਿਹੜੇ ਕਿਸੇ ਕਰਮ ਕਰਨ ਨਾਲ ਮਿਟਦੇ ਨਹੀਂ। ਜਿਵੇਂ ਜਿਹੜੀ ਭੱਠੇ ਦੇ ਵਿੱਚ ਖਿੰਗਰ ਇੱਟ ਬਣ ਜਾਏ ਨਾ, ਮੁੜ ਕੇ ਸਿੱਧੀ ਨਹੀਂ ਹੋ ਸਕਦੀ ਉਹ। ਜਾਂ ਜਿਹੜਾ ਭੱਠੀ ਦੇ ਵਿੱਚ ਮਨੂਰ ਲੋਹਾ ਹੋ ਜਾਏ, ਜੰਗਾਲ ਅਤੇ ਮਿੱਟੀ ਇਕੱਠੀ ਹੋ ਕੇ, ਨਾ ਉਹ ਪਿਘਲਦਾ, ਨਾ ਉਹ ਢਲਦਾ, ਨਾ ਕੁਛ ਬਣਦਾ। ਪਰ ਸਾਧ ਸੰਗਤ ਜੀ, ਗੁਰੂ ਕੀ ਸੰਗਤ ਦੀ ਧੂੜ ਦੇ ਵਿੱਚ ਉਹ ਜਿਹੜੇ ਕਰੋੜਾਂ ਅੱਗ ਪਾਪ ਨੇ ਮਿਟ ਜਾਂਦੇ ਨੇ। ਸੰਗਤ ਦੀ ਧੂੜ ਨਾਲ ਸਾਧ ਕੀ ਧੂੜ ਮਿਟੈ ਅੱਗ ਕੋਟ। ਅੱਗ ਪਾਪ ਜਿਹੜੇ ਨਹੀਂ ਮਿਟਣ ਵਾਲੇ ਉਹ ਵੀ ਮਿਟ ਜਾਂਦੇ। ਇੰਨੀ ਪਵਿੱਤਰ ਹੈ ਜਿਹੜੀ ਸੰਗਤ ਦੀ ਧੂੜੀ ਹੈ। ਉਹਦੇ ਦਾੜੇ 'ਤੇ ਵਸਤਰਾਂ 'ਤੇ ਧੂੜ ਪੈਂਦੀ ਹੈ, ਟੋਕਰੇ ਦੇ ਵਿੱਚੋਂ ਬਰੀਕ ਬਰੀਕ ਮਿੱਟੀ। 4 ਟੋਕਰੇ ਸਿੱਟੇ ਨਵਾਬ ਨੇ। 4 ਪੁੱਤਰ ਮੰਗੇ ਗੁਰੂ ਨਾਨਕ ਦੇ ਘਰੋਂ। ਛੋਟੀ ਬੇਗਮ, ਉਹਨੇ ਦੇਖਿਆ ਨਵਾਬ ਨੇ 4 ਪੁੱਤਰ ਮੰਗ ਲਏ ਨੇ, ਗੁਰੂ ਨਾਨਕ ਦੇ ਘਰੋਂ ਧੀ ਨਹੀਂ ਮੰਗੀ। ਸਾਧ ਸੰਗਤ ਜੀ, ਧੀ ਦੇ ਦੁੱਖ ਦਾ ਉਹਨੂੰ ਪਤਾ ਹੁੰਦਾ, ਜਿਹਨੇ ਧੀ ਜੰਮ ਕੇ ਪਾਲੀ ਹੋਵੇ, ਉਹਨੂੰ ਧੀ ਦੇ ਦੁੱਖ ਦਾ ਪਤਾ ਹੁੰਦਾ। ਅੱਜ ਉਹੀ ਤੇਲ ਪਾ ਪਾ ਕੇ ਸਾੜਦੇ ਨੇ ਜਿਨ੍ਹਾਂ ਨੇ ਧੀ ਪਾਲੀ ਨਹੀਂ ਹੋਈ। ਕਰੰਟ ਲਾ ਦਿੰਦੇ ਨੇ, ਦਵਾਈ ਦੇ ਦੇਣਗੇ ਜ਼ਹਿਰ ਵਾਲੀ,
ਜਿਨ੍ਹਾਂ ਦੇ ਘਰ ਧੀ ਜੰਮੀ ਨਹੀਂ, ਉਹਨਾਂ ਨੂੰ ਧੀ ਦੇ ਦੁੱਖ ਦਾ ਪਤਾ ਨਹੀਂ ਹੈ। ਇਸ ਕਰਕੇ ਜਿਹੜੇ ਧੀ ਜੰਮ ਕੇ ਪਾਲੀ ਹੈ, ਵਿਆਹੀ ਹੈ, ਉਹਨਾਂ ਨੂੰ ਪਤਾ ਹੈ ਵੀ ਧੀਰਜ ਕੀ ਚੀਜ਼ ਹੁੰਦੀ ਹੈ। ਧੀਰਜ ਜਿਹੜਾ ਸਭ ਤੋਂ ਵੱਡਾ ਗਹਿਣਾ ਨਾ ਜੀਵਨ ਦਾ, ਧੀਰਜ ਜਿਹੜਾ ਆਪਾਂ ਨੂੰ ਦੁੱਖ ਅਤੇ ਸੁੱਖ ਵਿੱਚ ਸਮ ਰੱਖਦੀ ਹੈ, ਧੀਰਜ ਉਹ ਧੀ ਤੋਂ ਮਿਲਦੀ ਹੈ। ਜਿਹਨੇ ਧੀਰਜ ਨਾਲ ਜਿਉਣਾ ਉਹ ਫਿਰ ਧੀ ਤੋਂ ਸਿੱਖੇ ਵੀ ਕਿਵੇਂ ਧੀਰਜ ਨਾਲ ਜਿਉਈਦਾ ਹੁੰਦਾ। ਜਿੱਦਣ ਜੰਮਦੀ ਹੈ ਨਾ, ਉਦੋਂ ਤੋਂ ਧੀਰਜ ਨਾਲ ਜਿਉਣਾ ਸ਼ੁਰੂ ਕਰਦੀ ਹੈ। ਉਹਨੂੰ ਉਦਣ ਤੋਂ ਬਗਾਨੀ ਕਹਿਣ ਲੱਗ ਜਾਂਦੇ ਨੇ, ਜਿੱਦਣ ਜੰਮਦੀ ਹੈ ਵੀ ਤੂੰ ਤਾਂ ਬਗਾਨੀ ਹੈ, ਤੂੰ ਰਹਿਣਾ ਨਹੀਂ ਇਸ ਘਰ 'ਚ। ਦੇਖੋ, ਉਸੇ ਮਾਂ ਦੀ ਕੁੱਖੋਂ ਪੁੱਤਰ ਪੈਦਾ ਹੋਇਆ ਜਿਹੜਾ ਹੱਕਦਾਰ ਬਣਦਾ ਹੈ, ਉਸੇ ਮਾਂ ਦੀ ਕੁੱਖੋਂ ਧੀ ਪੈਦਾ ਹੋਈ ਹੈ ਜਿਹਨੂੰ ਉਸ ਘਰ 'ਚ ਅਧਿਕਾਰ ਨਹੀਂ ਹੈ ਕੋਈ। ਉਦੋਂ ਤੋਂ ਕਹਿਣ ਲੱਗ ਜਾਂਦੇ ਨੇ ਬਗਾਨੀ ਹੈ, ਤੂੰ ਇਸ ਘਰ ਰਹਿਣਾ ਨਹੀਂ ਹੈ, ਤੂੰ ਤਾਂ ਚਲੀ ਜਾਣਾ ਇਸ ਘਰੋਂ। ਕਣਕਾਂ ਪੱਕੀਆਂ ਜੱਟਾਂ ਨੇ ਵੱਢ ਲਈਆਂ, ਬੱਲੀ ਕਿਸੇ ਪਾਸੇ, ਬੱਲੀ ਕਿਸੇ ਪਾਸੇ। ਧੀਆਂ ਧਨ ਬਗਾਨਾ ਹੁੰਦੀਆਂ ਨੇ, ਪਲੀ ਕਿਸੇ ਪਾਸੇ, ਚੱਲੀ ਕਿਸੇ ਪਾਸੇ। ਕਿੱਡੀ ਕੁ ਧੀਰਜ ਹੈ। ਘਰ ਛੱਡ ਕੇ ਤੁਰਨਾ ਸਾਧ ਸੰਜੀ ਖਾਲਾ ਦਾ ਵਾਲਾ ਨਹੀਂ ਹੈ। ਇਹ ਤਾਂ ਧੀ ਦੇ ਵਿਰਸੇ 'ਚ ਹੀ ਆਈ ਹੈ ਗੱਲ। ਜਿੱਥੇ ਲਾਡਾਂ ਨਾਲ ਪਲੀ ਹੁੰਦੀ ਹੈ, ਉਹਨੂੰ ਛੱਡ ਕੇ ਤੁਰ ਜਾਣਾ। ਫਿਰ ਇਹ ਨਹੀਂ ਕਿਸੇ ਨੇ ਅੱਗੇ ਆ ਜਾ ਕੇ ਆਖਿਆ ਹੁਣ ਤਾਂ ਤੇਰਾ ਇਹ ਘਰ ਹੈ, ਇਹੀ ਹੈ ਤੇਰਾ ਘਰ। ਫਿਰ ਆਖਿਆ ਆ ਗਈ ਬਗਾਨੇ ਘਰ ਦੀ ਸਾਡੇ ਘਰ, ਬਗਾਨੇ ਘਰ ਦੀ ਫਿਰ ਆ ਗਈ ਸਾਡੇ ਘਰ। ਇੰਨਾ ਕੁਝ ਸੁਣ ਕੇ ਵੀ ਆਪਣੇ ਫਰਜ਼ ਪਾਲੀ ਜਾਣੇ, ਇਦੋਂ ਵੱਡੀ ਧੀਰਜ ਕੀ ਹੋ ਸਕਦਾ। ਧਰਤੀ ਵੀ ਡੋਲੇ। ਸਭ ਤੋਂ ਵੱਡਾ ਗੁਣ ਧੀ ਦੇ ਵਿੱਚ ਧੀਰਜ ਵਾਲਾ ਹੈ। ਜੇ ਸਮਾਜ ਵਿੱਚ ਧਰਤ ਮਹਤ, ਧਰਤੀ ਵਿੱਚ ਸਭ ਤੋਂ ਵੱਡਾ ਗੁਣ ਧੀਰਜ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇ। ਧਰਤੀ 'ਤੇ ਕੋਈ ਖੱਡੇ ਪੱਟੀ ਜਾਏ, ਕੋਈ ਚੰਦਨ ਦਾ ਲੇਪ ਕਰੀ ਜਾਏ, ਇਹਨੂੰ ਦੁੱਖ ਨਹੀਂ ਹੁੰਦਾ। ਐਸੇ ਬ੍ਰਹਮ ਗਿਆਨੀ ਦੀ ਕੋਈ ਉਸਤਤ ਕਰੇ, ਕੋਈ ਨਿੰਦਿਆ ਕਰੇ, ਉਹਨੂੰ ਖੇਦ ਨਹੀਂ ਹੁੰਦਾ ਹੈ। ਬ੍ਰਹਮ ਗਿਆਨੀ ਨੂੰ ਨਹੀਂ ਹੁੰਦਾ। ਜਿਹੜਾ ਬ੍ਰਹਮ ਗਿਆਨੀ ਹੋਵੇ, ਮਾਤਾ ਵਿੱਚ ਵੀ ਉਹੀ ਗੁਣ ਰੱਖਿਆ। ਇਸ ਕਰਕੇ ਸਾਧ ਸੰਗਤ ਜੀ, ਧੀ ਦੇ ਦੁੱਖ ਦਾ ਉਹਨੂੰ ਪਤਾ ਹੁੰਦਾ ਜਿਹਨੇ ਧੀ ਜੰਮੀ, ਪਾਲੀ, ਜਵਾਨ ਕੀਤੀ ਹੈ, ਫਿਰ ਕਿਸ ਦੇ ਗਲ ਲਾਈ ਹੈ, ਉਹਨਾਂ ਨੂੰ ਪਤਾ। ਛੋਟੀ ਬੇਗਮ ਨੇ ਦੇਖਿਆ ਕਿ ਰਾਜੇ ਨੇ ਪੁੱਤਰ ਮੰਗ ਲਏ, 4 ਧੀ ਨਹੀਂ ਮੰਗੀ ਹੈ। ਉਹ ਬੇਗਮਾਂ ਛੋਟੀ ਨੇ ਜਾ ਕੇ ਟੋਕਰਾ ਮਿੱਟੀ ਦਾ ਚੱਕ ਲਿਆ। ਇੱਕ ਟੋਕਰਾ ਛੋਟੀ ਬੇਗਮ ਨੇ ਸਿੱਟਿਆ। ਫਿਰ ਬਾਬਾ ਬੁੱਢਾ ਸਾਹਿਬ ਕਹਿੰਦੇ, ਜਾਓ ਸਾਹਮਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਨੇ, ਜਾ ਕੇ ਨਮਸਕਾਰ ਕਰੋ, ਨਾਲੇ ਬੇਨਤੀ ਕਰੋ। ਨਮਸਕਾਰ ਕੀਤੀ ਉਹਨੇ, ਸੂਬੇ ਨੇ, ਬੇਗਮਾਂ ਨੇ। 5ਵੇਂ ਪਾਤਸ਼ਾਹ ਕਹਿੰਦੇ, ਸੂਬਾ ਜਲੰਧਰ 4 ਟੋਕਰੇ ਸਿੱਟ ਕੇ ਆਏ ਸਰੋਵਰ ਵਿੱਚੋਂ। ਹਾਂ ਮਹਾਰਾਜ। ਮਹਾਰਾਜ ਕਹਿੰਦੇ, ਗੁਰੂ ਨਾਨਕ ਦੇ ਘਰੋਂ 4 ਪੁੱਤਰ ਹੋਣਗੇ ਤੇਰੇ। ਇੱਕ ਟੋਕਰਾ ਸਿੱਟਣ ਵਾਲੇ ਨੂੰ 1 ਪੁੱਤਰ ਮਿਲਦਾ ਇਸ ਘਰੋਂ। ਆਪਾਂ ਹੋਰ ਘਰਾਂ 'ਚੋਂ ਲੈਂਦੇ ਫਿਰਦੇ ਹਾਂ ਦਾਤਾਂ।